ਸਤਿ ਸ੍ਰੀ ਅਕਾਲ। ਸਾਹਿਤਕ ਸਾਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਅੰਮ੍ਰਿਤਾ ਪ੍ਰੀਤਮ ਦੁਆਰਾ ਰਚਿਤ ਕਵਿਤਾ 12 ਮਾਹ ਦੀ ਪ੍ਰਸੰਗ ਸਹਿਤ ਵਿਆਖਿਆ ਲੈ ਕੇ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਵਿਆਖਿਆ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਹੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਹੁਣ ਤੱਕ ਜਾਰੀ ਕੀਤੀਆਂ ਗਈਆਂ ਲੈਕਚਰ ਲੜੀਆਂ ਵੀ ਜ਼ਰੂਰ ਸੁਣਨਾ ਤੇ ਨਾਲ ਹੀ ਸਾਹਿਤਕ ਸਾਥ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਸਾਹਿਤਕ ਸਾਥ ਚੈਨਲ ਨਾਲ ਜੁੜ ਕੇ ਆਪਣੀ ਪੜ੍ਹਾਈ ਸਮੇਂ ਸਿਰ ਅਤੇ ਸੁਚਾਰੂ ਢੰਗ ਦੇ ਨਾਲ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਅੰਮ੍ਰਿਤਾ ਪ੍ਰੀਤਮ ਦੁਆਰਾ ਰਚਿਤ 12 ਮਾਹ ਕਵਿਤਾ ਜੋ ਹੈ, ਇਸ ਕਵਿਤਾ ਦੇ ਵਿੱਚ ਕਵਿਤਰੀ ਨੇ ਪੁਰਾਤਨ ਕਾਵਿ ਰੂਪ 12 ਮਾਹ ਨੂੰ ਆਧਾਰ ਬਣਾ ਕੇ ਆਪਣੇ ਪ੍ਰਗਤੀਵਾਦੀ ਵਿਚਾਰਾਂ ਦੀ ਤਰਜਮਾਨੀ ਕੀਤੀ ਹੈ। ਇਸ ਕਵਿਤਾ ਵਿੱਚ ਕਵਿਤਰੀ ਨੇ ਕਿੱਕਰ ਦਾ ਰੁੱਖ ਜੋ ਹੈ, ਹਾਲਾਂਕਿ ਕੋਈ ਵੀ ਰੁੱਖ ਜੋ ਹੈ ਉਹ ਬੜਾ ਫਲਦਾਈ ਹੁੰਦਾ ਹੈ, ਠੰਡਾ ਭਾਵ ਉਸਦੀ ਛਾਂ ਬੜੀ ਜਿਹੜੀ ਹੈ ਠੰਡੀ ਹੁੰਦੀ ਹੈ, ਪਰ ਜਿਹੜੇ ਕਿੱਕਰ ਦੇ ਰੁੱਖ ਨੇ, ਭਾਵੇਂ ਕਿੱਕਰ ਪਹਾੜੀ ਹੋਵੇ ਤੇ ਭਾਵੇਂ ਦੇਸੀ ਕਿੱਕਰ ਹੋਵੇ, ਦੇਸੀ ਕਿੱਕਰ ਉਹ ਹੁੰਦਾ ਹੈ ਜਿਸ ਨੂੰ ਪੀਲੇ ਰੰਗ ਦੇ ਫੁੱਲ ਲੱਗਦੇ ਹਨ, ਸੂਲਾਂ ਬੜੀਆਂ ਤਿੱਖੀਆਂ ਹੁੰਦੀਆਂ ਹਨ, ਤੇ ਪਹਾੜੀ ਕਿੱਕਰ ਜੋ ਹੈ ਉਸਨੂੰ ਫਲੀਆਂ ਲੱਗਦੀਆਂ ਹਨ ਔਰ ਇਹ ਵੀ ਕੰਡੇਦਾਰ ਰੁੱਖ ਹੁੰਦਾ ਹੈ। ਸੋ ਕੰਡਿਆਲੇ ਕਿੱਕਰ ਨੂੰ ਸੰਬੋਧਿਤ ਕਰਦੀ ਹੋਈ ਕਵਿਤਰੀ ਕਹਿ ਰਹੀ ਹੈ ਕਿ ਕੰਡਿਆਲਾ ਕਿੱਕਰ ਜੋ ਹੈ ਇਸ ਕਵਿਤਾ ਦੇ ਵਿੱਚ ਪ੍ਰਤੀਕਾਤਮਕ ਰੂਪ ਦੇ ਵਿੱਚ ਵਰਤਿਆ ਗਿਆ ਹੈ। ਕੰਡਿਆਲਾ ਕਿੱਕਰ ਜੋ ਹੈ, ਜੋ ਪੂੰਜੀਵਾਦੀ ਸ਼ਕਤੀਆਂ ਨੇ ਜਿਹੜੀਆਂ ਮਨੁੱਖ ਦਾ ਸ਼ੋਸ਼ਣ ਕਰਦੀਆਂ ਨੇ, ਸਰਮਾਏਦਾਰੀ ਸ਼ਕਤੀਆਂ, ਉਹਨਾਂ ਦਾ ਪ੍ਰਤੀਕ ਹੈ। ਇਸ ਕਵਿਤਾ ਦੇ ਵਿੱਚ ਪ੍ਰਤੀਕਾਤਮਕ ਰੂਪ ਦੇ ਵਿੱਚ ਕੰਡਿਆਲੇ ਕਿੱਕਰ ਦੇ ਰਾਹੀਂ ਕਵਿਤਰੀ ਸਰਮਾਏਦਾਰੀ ਸ਼ਕਤੀਆਂ ਨੂੰ ਸੰਬੋਧਿਤ ਹੁੰਦੀ ਹੋਈ ਕਹਿੰਦੀ ਹੈ ਕਿ ਉੱਤੋਂ ਚੜਿਆ ਚੇਤ, ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਚੇਤ, ਕਿਉਂਕਿ ਚੇਤ ਦਾ ਮਹੀਨਾ ਆ ਗਿਆ ਹੈ। ਗੱਲ ਹੋ ਰਹੀ ਹੈ 12 ਮਾਹ ਦੀ। 12 ਮਾਹ ਤੋਂ ਭਾਵ ਹੈ ਉਹ ਕਾਵਿ ਰੂਪ ਜਿਸ ਦੇ ਵਿੱਚ 12 ਮਹੀਨਿਆਂ ਨੂੰ ਆਧਾਰ ਬਣਾ ਕੇ ਜੋ ਮਨੋਭਾਵਾਂ ਦੀ ਤਰਜਮਾਨੀ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਕੁਦਰਤ ਦੇ ਵਿੱਚ ਪਰਿਵਰਤਨ ਆਉਂਦਾ ਹੈ, ਪ੍ਰਕਿਰਤੀ ਦੇ ਪਰਿਵਰਤਨ ਦੇ ਨਾਲ ਨਾਲ ਮਨੁੱਖ ਦੀ ਮਾਨਸਿਕ ਸਥਿਤੀ ਜਿਹੜੀ ਆ ਉਸ ਵਿੱਚ ਵੀ ਪਰਿਵਰਤਨ ਆਉਂਦਾ ਹੈ ਔਰ ਸਾਰੀ ਜੋ ਸ੍ਰਿਸ਼ਟੀ ਦਾ ਚੱਕਰ ਹੈ, ਕਿਉਂਕਿ ਸ੍ਰਿਸ਼ਟੀ ਜਿਹੜੀ ਹੈ ਜਾਂ ਜੋ ਗਤੀਸ਼ੀਲਤਾ ਹੈ ਇਸ ਦੇ ਵਿੱਚ, ਇਸ ਜੋ ਗਤੀਸ਼ੀਲਤਾ ਹੈ ਇਹ ਮਨੁੱਖੀ ਮਨ ਦੇ ਵਿੱਚ, ਉਸਦੇ ਵਿਚਾਰਾਂ ਵਿੱਚ ਵੀ ਨਿਰੰਤਰ ਗਤੀਸ਼ੀਲਤਾ ਬਣੀ ਰਹਿੰਦੀ ਹੈ। ਠੀਕ ਇਸੇ ਤਰ੍ਹਾਂ ਕਵਿਤਰੀ ਕਹਿ ਰਹੀ ਹੈ ਕਿ ਇੱਕ ਨਿਜ਼ਾਮ ਤੋਂ ਬਾਅਦ ਦੂਜਾ ਨਿਜ਼ਾਮ ਜਿਹੜਾ ਹੈ ਆਉਣਾ ਹੈ, ਉਹ ਵੀ ਲਾਜ਼ਮ ਹੈ ਕਿਉਂਕਿ ਇਹ ਕੁਦਰਤ ਦਾ ਨਿਯਮ ਹੈ। ਕੁਦਰਤ ਨਿਰੰਤਰ ਗਤੀਸ਼ੀਲਤਾ ਦੀ ਅਵਸਥਾ ਵਿੱਚ ਹੈ। ਇਸ ਲਈ ਇਹਨਾਂ ਕਿੱਕਰ ਰੂਪੀ ਸਰਮਾਏਦਾਰਾਂ ਨੂੰ ਸੰਬੋਧਿਤ ਹੁੰਦੀ ਹੋਈ ਕਵਿਤਰੀ ਕਹਿ ਰਹੀ ਹੈ, ਉੱਤੋਂ ਚੜਿਆ ਚੇਤ, ਬਦਲਾਵ ਦਾ ਮਹੀਨਾ ਆ ਗਿਆ ਹੈ, ਚੇਤ ਦਾ ਮਹੀਨਾ, ਜਾਗ ਪਈਆਂ ਅੱਜ ਪੈਲੀਆਂ, ਜਾਗ ਪਏ ਅੱਜ ਖੇਤ। ਪੈਲੀਆਂ ਤੋਂ ਭਾਵ ਹੈ ਕਿ ਉਹ ਲੋਕ ਜੋ ਧਰਤੀ ਰੂਪੀ ਲੋਕ ਜਿਹੜੇ ਨੇ, ਜਿਨ੍ਹਾਂ ਨੂੰ ਹੁਣ ਤੱਕ ਸਰਮਾਏਦਾਰ ਜੋ ਸ਼ਕਤੀਆਂ ਨੇ ਉਹਨਾਂ ਨੇ ਆਪਣੀ ਪੈਰਾਂ ਦੀ ਧੂੜ ਹੀ ਸਮਝਿਆ ਸੀ, ਆਪਣੇ ਗੁਲਾਮ ਸਮਝਦੇ ਸਨ, ਉਹਨਾਂ ਦਾ ਨਿਰੰਤਰ ਸ਼ੋਸ਼ਣ ਕਰ ਰਹੇ ਸਨ, ਉਹ ਅੱਜ ਜਾਗ ਪਏ ਹਨ। ਭਾਵ ਉਹਨਾਂ ਦੇ ਵਿੱਚ ਜਾਗ੍ਰਿਤੀ ਆ ਗਈ ਹੈ। ਜਾਗ੍ਰਿਤੀ ਕਿਸ ਤਰ੍ਹਾਂ ਆਈ ਹੈ ਕਿ ਉਹ ਪੜ੍ਹ ਲਿਖ ਗਏ ਹਨ, ਉਹ ਵਿਗਿਆਨਿਕ ਢੰਗ ਦੇ ਨਾਲ ਖੇਤੀ ਕਰਨਾ ਸਿੱਖ ਗਏ ਹਨ ਔਰ ਸਭ ਤੋਂ ਵੱਡੀ ਗੱਲ ਕਿ ਜੋ ਸਰਮਾਏਦਾਰੀ ਸ਼ਕਤੀਆਂ ਹਨ ਇਹਨਾਂ ਦੀ ਚਾਲਾਂ ਜਿਹੜੀਆਂ ਨੇ ਇਹਨਾਂ ਨੂੰ ਵੀ ਉਹ ਸਮਝਣਾ ਸਿੱਖ ਗਏ ਹਨ। ਸੋ ਉਹ ਜਾਗਰੂਕ ਹੋ ਚੁੱਕੇ ਹਨ। ਜਾਗ ਪਏ ਅੱਜ ਖੇਤ, ਕਿਉਂਕਿ ਲੋਕਾਂ ਦੇ ਜਾਗਰੂਕ ਹੋਣ ਦੇ ਨਾਲ, ਕਿਰਤੀ ਕਿਸਾਨ ਵਰਗ ਦੇ ਜਾਗਰੂਕ ਹੋਣ ਦੇ ਨਾਲ, ਵਿਗਿਆਨਿਕ ਢੰਗ ਦੇ ਨਾਲ ਖੇਤੀਆਂ ਕਰਨ ਦੇ ਨਾਲ ਜੋ ਜਾਗ ਪਏ ਅੱਜ ਖੇਤ, ਖੇਤਾਂ ਦੇ ਵਿੱਚ ਲਹਿਰਾਂ ਬਹਿਰਾਂ ਹਨ, ਚਾਰ ਚੁਫੇਰੇ ਹਰਿਆਲੀ ਹੈ ਕਿਉਂਕਿ ਹਰਿਤ ਕ੍ਰਾਂਤੀ ਦਾ ਵਕਤ ਹੈ। ਜਾਗ ਪਏ ਅੱਜ ਖੇਤ, ਕਿੱਕਰਾ ਵੇ ਕੰਡਿਆਲਿਆ ਚੜਿਆ ਅੱਜ ਵੈਸਾਖ, ਕਿ ਹੇ ਕੰਡਿਆਲੇ ਕਿੱਕਰ ਰੂਪੀ ਨਿਜ਼ਾਮ, ਲੋਕ ਜਾਗਰੂਕ ਹੋ ਗਏ ਹਨ। ਲੋਕਾਂ ਵਿੱਚ ਜਾਗਰੂਕਤੀ ਆਉਣ ਸਦਕਾ ਜੋ ਉਹਨਾਂ ਦਾ ਖੇਤੀ ਕਰਨ ਦਾ ਢੰਗ ਜਿਹੜਾ ਹੈ ਉਹ ਵੀ ਬਦਲ ਗਿਆ ਹੈ। ਉਹ ਹੁਣ ਪੁਰਾਤਨ ਢੰਗ ਦੇ ਨਾਲ ਨਹੀਂ, ਨਵੇਂ ਢੰਗ ਦੇ ਨਾਲ ਖੇਤੀ ਕਰਦੇ ਹਨ। ਅਤੇ ਜਿਸ ਤਰ੍ਹਾਂ ਪੁਰਾਤਨ ਢੰਗ ਦੇ ਨਾਲ ਮਨ ਮਰਜ਼ੀ ਦੇ ਭਾਅ 'ਤੇ ਫਸਲਾਂ ਖਰੀਦੀਆਂ ਜਾਂਦੀਆਂ ਸਨ ਔਰ ਜੋ ਕਿਰਤੀ ਕਿਸਾਨ ਵਰਗ ਸੀ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ, ਇਹ ਹੁਣ ਇਹਨਾਂ ਗੱਲਾਂ ਤੋਂ ਵੀ ਵਾਕਿਫ ਹੋ ਗਏ ਹਨ। ਇਹ ਹੁਣ ਉਹ ਓਨੇ ਭੋਲੇ ਭਾਲੇ ਨਹੀਂ ਰਹੇ, ਉਹਨੇ ਜਿੰਨੇ ਤੁਸੀਂ ਇਹਨਾਂ ਨੂੰ ਸਮਝਦੇ ਸੀ।
ਕਿੱਕਰਾ ਵੇ ਕੰਡਿਆਲਿਆ ਚੜ੍ਹਿਆ ਅੱਜ ਵਿਸਾਖ। ਹੋਰ ਅੱਗੋਂ ਸਮੇਂ ਦੇ ਵਿੱਚ ਪਰਿਵਰਤਨ ਆ ਗਿਆ ਹੈ। ਸਾਮਰਾਜ ਦੇ ਮੂੰਹ ਤੇ ਉੱਡ ਉੱਡ ਪੈਂਦੀ ਰਾਖ। ਸਾਮਰਾਜ ਕਿਹੜਾ ਹੈ? ਜੋ ਮੁਲਕ ਜਾਂ ਜੋ ਦੇਸ਼ ਜੋ ਹੈ, ਜੋ ਦੂਸਰੇ ਦੇਸ਼ਾਂ ਨੂੰ ਗੁਲਾਮ ਬਣਾ ਕੇ ਉਹਨਾਂ ਦੇ ਉੱਤੇ ਰਾਜ ਕਰਦਾ ਹੈ, ਉਸਨੂੰ ਸਾਮਰਾਜੀ ਮੁਲਕ ਕਿਹਾ ਜਾਂਦਾ ਹੈ। ਜਿਵੇਂ ਬਹੁਤ ਲੰਮਾ ਸਮਾਂ ਅੰਗਰੇਜ਼ਾਂ ਨੇ ਹਿੰਦੁਸਤਾਨ 'ਤੇ ਰਾਜ ਕੀਤਾ, ਸੋ ਉਹ ਸਾਮਰਾਜੀ ਸ਼ਕਤੀਆਂ ਸਨ। ਸਾਮਰਾਜ ਦੇ ਮੂੰਹ 'ਤੇ ਉੱਡ ਉੱਡ ਪੈਂਦੀ ਰਾਖ, ਕਿਉਂਕਿ ਸਮੇਂ ਦੇ ਵਿੱਚ ਪਰਿਵਰਤਨ ਆ ਗਿਆ ਹੈ। ਹੁਣ ਸਾਮਰਾਜੀ ਸ਼ਕਤੀਆਂ ਜਿਹੜੀਆਂ ਨੇ, ਇਹਨਾਂ ਦੇ ਚਿਹਰੇ ਦੇ ਉੱਤੇ, ਭਾਵ ਇਹਨਾਂ ਦੇ ਮੂੰਹ ਦੇ ਉੱਤੇ ਉੱਡ ਉੱਡ ਪੈਂਦੀ ਰਾਖ। ਰਾਖ ਤੋਂ ਭਾਵ ਧੂੜ, ਮਿੱਟੀ, ਖੇ, ਸੁਆਹ। ਸੋ ਇਹਨਾਂ ਸਾਮਰਾਜੀ ਸ਼ਕਤੀਆਂ ਦੇ ਸਿਰ ਸੁਆਹ ਪੈ ਰਹੀ ਹੈ, ਭਾਵ ਦੇਸ਼ ਦੁਨੀਆ ਦੇ ਮੁਲਕ ਜਿਹੜੇ ਨੇ ਉਹ ਹੁਣ ਸਾਮਰਾਜੀ ਸ਼ਕਤੀਆਂ ਦੀ ਆਲੋਚਨਾ ਕਰਦੇ ਹਨ ਕਿ ਉਹਨਾਂ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਵੀ ਮੁਲਕ ਨੂੰ ਗੁਲਾਮ ਬਣਾ ਕੇ ਉਸ 'ਤੇ ਸ਼ਾਸਨ ਕਰਨ। ਸੋ ਉਹਨਾਂ ਦੇ ਚਿਹਰਿਆਂ ਦੇ ਰੰਗ ਜਿਹੜੇ ਨੇ ਹੁਣ ਉੱਡੇ ਪਏ ਨੇ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਜੇਠ। ਸਮੇਂ ਦੇ ਵਿੱਚ ਹੋਰ ਪਰਿਵਰਤਨ ਆ ਗਿਆ ਹੈ। ਜੇਠ ਦਾ ਮਹੀਨਾ ਬੜਾ ਤਪਸ਼ ਦਾ ਮਹੀਨਾ ਹੈ, ਗਰਮੀ ਦਾ ਮਹੀਨਾ ਹੈ, ਭਾਵ ਲੋਕ ਜਿਹੜੇ ਨੇ ਹੁਣ ਤੇਰੀਆਂ ਹਰਕਤਾਂ ਸਦਕਾ ਰੋਹ ਵਿੱਚ ਆਉਂਦੇ ਜਾ ਰਹੇ ਨੇ। ਉਸਲ ਵੱਟੇ ਭੰਨਦੀ ਧਰਤੀ ਤੇਰੇ ਹੇਠ। ਧਰਤੀ ਵਾਂਗ ਲੁਤਾੜੇ ਹੋਏ ਜਿਹੜੇ ਲੋਕ ਸਨ, ਜਿਨ੍ਹਾਂ ਨੂੰ ਹੁਣ ਤੱਕ ਤੂੰ ਆਪਣੇ ਪੈਰਾਂ ਦੀ ਧੂੜ ਸਮਝਦਾ ਸੀ, ਦਬਾ ਕੇ ਰੱਖਿਆ ਹੋਇਆ ਸੀ, ਉਹ ਉਸਲ ਵੱਟੇ ਭੰਨ ਰਹੇ ਨੇ। ਹੁਣ ਰੋਹ ਦੇ ਨਾਲ ਉਹ ਕਚੀਚੀਆਂ ਵੱਟ ਰਹੇ ਨੇ ਕਿ ਇਹਨਾਂ ਲੋਕਾਂ ਨੇ ਜੋ ਹੈ ਇੰਨਾ ਲੰਮਾ ਸਮਾਂ ਸਾਡੇ ਪੁਰਖਿਆਂ ਨੂੰ, ਸਾਡੇ ਬਜ਼ੁਰਗਾਂ ਨੂੰ ਜੋ ਹੈ ਇੰਨਾ ਮੂਰਖ ਬਣਾਇਆ ਕਿ ਉਹਨਾਂ ਦੀ ਹੱਕ ਸੱਚ ਦੀ ਕਮਾਈ ਦੇ ਸਿਰ 'ਤੇ ਨਿਰੰਤਰ ਪਲਦੇ ਰਹੇ ਅਤੇ ਅਸੀਂ ਲਗਾਤਾਰ ਜੋ ਹੈ ਗਰੀਬ ਤੋਂ ਗਰੀਬ ਹੁੰਦੇ ਗਏ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜ੍ਹਿਆ ਹਾੜ। ਫਿਰ ਹੁਣ ਹਾੜ ਦਾ ਮਹੀਨਾ ਆ ਗਿਆ ਹੈ ਕਿ ਕਿੰਨਾ ਕੁ ਚਿਰ ਹੰਡ ਦੀ ਕੱਖ ਕੰਨ ਦੀ ਵਾੜ। ਹਾੜ ਦਾ ਮਹੀਨਾ ਜੋ ਹੈ ਅੱਤ ਦੀ ਗਰਮੀ ਦਾ ਮਹੀਨਾ ਹੈ, ਔਰ ਇਸ ਮਹੀਨੇ ਦੇ ਵਿੱਚ ਜੋ ਹੈ ਬੜੀਆਂ ਤੇਜ਼ ਹਨੇਰੀਆਂ ਚੱਲਦੀਆਂ ਹਨ। ਤੇਜ਼ ਹਨੇਰੀਆਂ ਚੱਲਣ ਦੇ ਨਾਲ ਛੋਟੇ ਮੋਟੇ ਕੱਖਾਂ ਕਾਨਿਆਂ ਦੇ ਜਿਹੜੇ ਬਣੇ ਹੋਏ ਢਾਰੇ ਹੁੰਦੇ ਨੇ ਉਹ ਉੱਡ ਜਾਂਦੇ ਨੇ, ਵਾੜਾਂ ਉੱਡ ਜਾਂਦੀਆਂ ਨੇ। ਸੋ ਕਵਿੱਤਰੀ ਕਹਿ ਰਹੀ ਹੈ ਕਿ ਕਿੰਨਾ ਕੁ ਚਿਰ ਹੰਡ ਦੀ, ਹੁਣ ਲੋਕਾਂ ਦੇ ਵਿੱਚ ਗਿਆਨ ਦੀ ਹਨੇਰੀ ਜਿਹੜੀ ਹੈ ਇੱਕ ਤਰ੍ਹਾਂ ਦੇ ਨਾਲ ਜਾਗਰੂਕਤਾ ਪੈਦਾ ਹੋ ਗਈ ਹੈ, ਅਤੇ ਹੁਣ ਕਿੰਨਾ ਕੁ ਚਿਰ ਹੰਡ ਦੀ ਕੱਖ ਕੰਨ ਦੀ ਵਾੜ, ਕਿੰਨਾ ਕੁ ਚਿਰ ਜੋ ਹੈ ਉਹ ਤੇਰੇ ਸ਼ੋਸ਼ਣ ਨੂੰ ਹੋਰ ਸਹਿੰਦੇ ਜਾਂਦੇ, ਔਰ ਕੱਖਾਂ ਕਾਨਿਆਂ ਵਾਂਗ ਜਿਹੜੇ ਤੇਰੇ ਦਿੱਤੇ ਹੋਏ ਠੁੰਮਣੇ ਸਨ ਉਹ ਹੁਣ ਟਿਕਣੇ ਨਹੀਂ ਸਨ ਇਹਨਾਂ ਦੇ ਗਿਆਨ ਰੂਪੀ ਹਨੇਰੀ ਦੇ ਅੱਗੇ, ਕਿਉਂਕਿ ਹੁਣ ਇਹਨਾਂ ਨੂੰ ਦੇ ਹਿਰਦਿਆਂ ਵਿੱਚ ਇੰਨੀ ਸਮਝ ਪੈਦਾ ਹੋ ਗਈ ਹੈ ਕਿ ਇਹ ਤਰਕ ਕਰਦੇ ਹਨ, ਸੋਚਦੇ ਹਨ, ਚਿੰਤਨ ਕਰਦੇ ਹਨ, ਮਨਨ ਕਰਦੇ ਹਨ ਕਿ ਅਸੀਂ ਨਿਰੰਤਰ ਮਿਹਨਤ ਕਰਨ ਦੇ ਬਾਵਜੂਦ ਵੀ ਗਰੀਬ ਕਿਉਂ ਹਾਂ, ਔਰ ਜੋ ਸਾਮਰਾਜੀ ਸ਼ਕਤੀਆਂ ਨੇ ਉਹ ਵਿਹਲੇ ਰਹਿਣ ਦੇ ਬਾਵਜੂਦ ਵੀ ਦਿਨੋਂ ਦਿਨ ਅਮੀਰ ਕਿਵੇਂ ਹੁੰਦੀਆਂ ਜਾ ਰਹੀਆਂ ਹਨ। ਇਹਨਾਂ ਦੇ ਵਿੱਚ ਇਹ ਜਿਹੜੀ ਜਾਗਰੂਕਤਾ ਆਉਣੀ ਸ਼ੁਰੂ ਹੋ ਗਈ ਹੈ। ਕਿੱਕਰਾ ਵੇ ਕੰਡਿਆਲਿਆ ਅੱਗੋਂ ਚੜ੍ਹਿਆ ਸਾਉਣ। ਫਿਰ ਅੱਗੋਂ ਸਾਉਣ ਦਾ ਮਹੀਨਾ ਆ ਗਿਆ ਹੈ। ਕੁਦਰਤ ਦੇ ਵਿੱਚ ਪਰਿਵਰਤਨ ਹੋਰ ਹੋ ਰਿਹਾ ਹੈ। ਪਹਿਲਾਂ ਗਰਮੀ ਸੀ, ਹੁਣ ਬਾਰਿਸ਼ਾਂ ਸ਼ੁਰੂ ਹੋ ਰਹੀਆਂ ਨੇ। ਦਾਵਾ ਨਲ ਹੈ ਸਮੇਂ ਦੀ ਰੋਕ ਸਕੇ ਅੱਜ ਕੌਣ। ਦਾਵਾ ਨਲ ਤੋਂ ਭਾਵ ਹੈ ਕਿ ਜੋ ਜੰਗਲਾਂ ਦੇ ਵਿੱਚ ਭਿਆਨਕ ਅੱਗ ਲੱਗਦੀ ਹੈ, ਜਿਸ ਤਰ੍ਹਾਂ ਪੁਰਾਤਨ ਸਮੇਂ ਦੇ ਵਿੱਚ ਪੱਥਰ ਨੂੰ ਰਗੜ ਕੇ ਅੱਗ ਪੈਦਾ ਕਰ ਲਈ ਜਾਂਦੀ ਸੀ, ਠੀਕ ਇਸੇ ਤਰ੍ਹਾਂ ਜੋ ਜੰਗਲੀ ਬਾਂਸ ਹਨ, ਜੋ ਬਹੁਤ ਪੁਰਾਣੇ ਹਨ, ਉਹਨਾਂ ਦੀ ਆਪਸੀ ਰਗੜ ਦੇ ਨਾਲ ਵੀ ਉਹਨਾਂ ਦੇ ਵਿੱਚੋਂ ਅਗਨੀ ਪੈਦਾ ਹੋ ਜਾਂਦੀ ਹੈ। ਔਰ ਅੱਜ ਕੱਲ੍ਹ ਜੋ ਜੇਠ ਹਾੜ ਦੇ ਦਿਨ ਹਨ, ਇੰਨੀ ਤਪਸ਼ ਪੈਂਦੀ ਹੈ, ਔਰ ਰੁੱਖਾਂ ਦੇ ਪੱਤੇ ਵੀ ਜਿਹੜੇ ਨੇ ਝੜ ਝੜ ਕੇ ਜੋ ਥੱਲੇ ਡਿੱਗੇ ਹੋਏ ਨੇ, ਅਤੇ ਪੱਤੇ ਜਦੋਂ ਉਹਨਾਂ ਨੂੰ ਅੱਗ ਫੜ ਜਾਂਦੀ ਹੈ ਤਾਂ ਉਹ ਇੱਕ ਤਰ੍ਹਾਂ ਦੇ ਨਾਲ ਪੈਟਰੋਲ ਵਾਂਗ ਮੱਚਦੇ ਹਨ। ਪੈਟਰੋਲ ਵਾਂਗ ਜੋ ਹੈ ਉਹ ਅੱਗ ਬੇਕਾਬੂ ਹੋ ਜਾਂਦੀ ਹੈ। ਦਾਵਾ ਨਲ ਹੈ ਸਮੇਂ ਦੀ ਰੋਕ ਸਕਿਆ ਜਗਾਉਣ। ਜਿਸ ਤਰ੍ਹਾਂ ਜੰਗਲ ਵਿੱਚ ਭੜਕੀ ਹੋਈ ਅੱਗ ਨੂੰ ਰੋਕਿਆ ਨਹੀਂ ਜਾ ਸਕਦਾ, ਠੀਕ ਇਸੇ ਤਰ੍ਹਾਂ ਜਾਗਰੂਕ ਲੋਕ ਜਿਹੜੇ ਨੇ ਜਦੋਂ ਰੋਹ 'ਤੇ ਉਤਾਰੂ ਹੋ ਜਾਣ ਅਤੇ ਉਹਨਾਂ ਦੇ ਰੋਹ ਨੂੰ ਜਿਹੜਾ ਹੈ ਕੋਈ ਵੀ ਰੋਕ ਨਹੀਂ ਸਕਦਾ। ਕਿੱਕਰਾ ਵੇ ਕੰਡਿਆਲਿਆ ਭਾਦੋਂ ਹੈ ਇਸ ਵੇਰ। ਫਿਰ ਉਹ ਕਹਿ ਰਹੀ ਹੈ ਕਿ ਹੇ ਕੰਡਿਆਲੇ ਕਿੱਕਰ ਰੂਪੀ ਨਿਜ਼ਾਮ, ਸਾਮਰਾਜੀ ਸ਼ਕਤੀਓ, ਭਾਦੋਂ ਦਾ ਮਹੀਨਾ ਆ ਗਿਆ ਹੈ। ਵੇਲਣ ਵਿੱਚ ਨਪੀੜੀਆਂ ਛਿੱਲਾਂ ਉੱਗੀਆਂ ਫੇਰ। ਕਿਉਂਕਿ ਵੇਲਣੇ ਦੇ ਵਿੱਚ ਵੇਲਣਾ ਹੁੰਦਾ ਹੈ ਜਿਸ ਦੇ ਵਿੱਚੋਂ ਕਮਾਦ ਨਾਲ ਦੀ ਕਮਾਦ ਭਾਵ ਗੰਨੇ ਦੀ ਰੋਹ ਕੱਢੀ ਜਾਂਦੀ ਹੈ, ਭਾਵ ਗੰਨੇ ਦਾ ਜੂਸ ਜਿਹਦੇ ਰਾਹੀਂ ਕੱਢਿਆ ਜਾਂਦਾ ਹੈ ਉਸਨੂੰ ਵੇਲਣਾ ਕਿਹਾ ਜਾਂਦਾ ਹੈ। ਵੇਲਣੇ ਵਿੱਚ ਨਪੀੜੀਆਂ ਛਿੱਲਾਂ ਉੱਗੀਆਂ ਫੇਰ। ਅਤੇ ਵੇਲਣੇ ਦੇ ਵਿੱਚ ਜਿਹੜੀਆਂ ਨਪੀੜੀਆਂ ਹੋਈਆਂ ਛਿੱਲਾਂ ਨੇ, ਗੰਨੇ ਦੇ ਜੋ ਛਿਲਕੇ ਨੇ ਜੋ ਸੁੱਟ ਦਿੱਤੇ ਜਾਂਦੇ ਨੇ, ਉਹ ਸੁੱਕ ਜਾਂਦੇ ਨੇ ਜੇਠ ਹਾੜ ਦੀਆਂ ਗਰਮੀਆਂ ਦੇ ਵਿੱਚ, ਔਰ ਸਾਉਣ ਦਾ ਉਹਨਾਂ ਦੇ ਉੱਤੇ ਜਦੋਂ ਮੀਂਹ ਪੈਂਦਾ ਹੈ, ਭਾਦੋਂ ਦੀ
ਹੁਮਸ ਪੈਣ ਦੇ ਨਾਲ ਫਿਰ ਉਹਨਾਂ ਦੇ ਵਿੱਚ ਪੁੰਗਾਰਾ ਸ਼ੁਰੂ ਹੋ ਜਾਂਦਾ ਹੈ, ਭਾਵ ਉਹ ਸੁੱਕੀਆਂ ਨਪੀੜੀਆਂ ਹੋਈਆਂ ਛਿੱਲੜਾਂ ਜਿਹੜੀਆਂ ਨੇ ਉਹ ਵੀ ਵਕਤ ਦੇ ਨਾਲ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਠੀਕ ਇਸੇ ਤਰ੍ਹਾਂ ਜੋ ਕਿਰਤੀ ਕਿਸਾਨ ਵਰਗ ਸੀ, ਜਿਨ੍ਹਾਂ ਨੂੰ ਤੂੰ ਇਸ ਤਰ੍ਹਾਂ ਨਪੀੜਿਆ ਹੋਇਆ ਸੀ, ਇੰਨਾ ਸ਼ੋਸ਼ਣ ਕੀਤਾ ਸੀ, ਵਕਤ ਦੇ ਨਾਲ ਉਹਨਾਂ ਦੇ ਵਿੱਚ ਹੁਣ ਜਾਗ੍ਰਿਤੀ ਆਉਣੀ ਇੰਨੀ ਜੋ ਹੈ ਸ਼ੁਰੂ ਹੋ ਗਈ ਹੈ ਕਿ ਇਹ ਦੁਬਾਰਾ ਨਵੇਂ ਸਿਰੇ ਤੋਂ ਇਕੱਤਰਿਤ ਹੋਣੇ, ਨਵੇਂ ਸਿਰੇ ਤੋਂ ਸੰਗਠਿਤ ਹੋ ਕੇ ਆਪਣੇ ਹੱਕਾਂ ਦੇ ਲਈ ਜਦੋਜਹਿਦ ਕਰਨ ਦੇ ਲਈ ਵਿਉਂਤਾਂ ਗੁੰਦ ਰਹੇ ਨੇ। ਕਿਕਰਾ ਵੇ ਕੰਡਿਆਲਿਆ ਅੱਸੂ ਚੜਿਆ ਅੱਜ, ਅੱਜ ਨਾ ਲਾਰੇ ਲੱਗਦੇ ਅੱਜ ਨਾ ਪੈਂਦੇ ਪੱਜ। ਫਿਰ ਕਹਿ ਰਹੀ ਹੈ ਕਿ ਹੇ ਕੰਡਿਆਲੇ ਕਿੱਕਰ ਰੂਪੀ ਸਰਮਾਏਦਾਰੀ ਸ਼ਕਤੀਓ, ਅੱਗੋਂ ਸਮੇਂ ਦਾ ਹੋਰ ਪਰਿਵਰਤਨ ਆ ਗਿਆ ਹੈ, ਅੱਸੂ ਦਾ ਮਹੀਨਾ ਆ ਗਿਆ ਹੈ। ਹੁਣ ਜੋ ਹੈ ਜਨਤਾ ਨੂੰ, ਜੋ ਨਿਰੰਤਰ ਮਿਹਨਤਹਾਰੀ ਜਨਤਾ ਹੈ, ਮਿਹਨਤ ਕਰਨ ਵਾਲੀ ਕਿਰਤੀ ਕਿਸਾਨ ਵਰਗ ਹੈ, ਉਹਨਾਂ ਨੂੰ ਲਾਰਿਆਂ ਦੇ ਨਾਲ, ਗੱਲਾਂ ਬਾਤਾਂ ਦੇ ਨਾਲ ਟਰਕਾਇਆ ਨਹੀਂ ਜਾ ਸਕਦਾ। ਹੁਣ ਅੱਜ ਨਾ ਪੈਂਦੇ ਪੱਜ, ਉਹ ਤੁਹਾਡੇ ਬਹਾਨਿਆਂ ਦੇ ਵਿੱਚ, ਤੁਹਾਡੀਆਂ ਮਿੱਠੀਆਂ ਜੋ ਦਿੱਤੀਆਂ ਜਾ ਰਹੀਆਂ ਗੋਲੀਆਂ ਹਨ, ਉਹਨਾਂ ਦੇ ਵਿੱਚ ਆਉਣ ਵਾਲੇ ਨਹੀਂ, ਫਸਣ ਵਾਲੇ ਨਹੀਂ। ਕਿਕਰਾ ਵੇ ਕੰਡਿਆਲਿਆ ਕੱਤਕ ਬਦਲੇ ਤੌਰ, ਨਵੇਂ ਯੁੱਗਾਂ ਦੇ ਬੁੱਤ ਵਿੱਚ ਨਵੇਂ ਲਹੂ ਦਾ ਦੌਰ। ਹੁਣ ਕੱਤਕ ਦਾ ਮਹੀਨਾ ਜੋ ਹੈ, ਪਹਿਲਾਂ ਕਿਉਂਕਿ ਚੇਤ ਤੋਂ ਲੈ ਕੇ ਭਾਦੋਂ ਤੱਕ ਨਿਰੰਤਰ ਗਰਮੀ ਪੈ ਰਹੀ ਹੈ। ਚੇਤ ਤੋਂ ਮਤਲਬ ਬਸੰਤ, ਬਹਾਰ, ਪਤਝੜ ਤੋਂ ਬਸੰਤ ਤੇ ਫਿਰ ਗਰਮੀ ਤੇ ਉਸ ਤੋਂ ਬਾਅਦ ਬਾਰਿਸ਼ ਦੀ ਰੁੱਤ, ਤੇ ਭਾਦੋਂ ਦੇ ਵਿੱਚ ਚਮਾਸਿਆਂ ਦੇ ਲੱਗਣ ਤੋਂ ਬਾਅਦ ਫਿਰ ਹੁਣ ਕੱਤਕ ਦੇ ਮਹੀਨੇ ਦੇ ਵਿੱਚ ਜੋ ਹੈ ਥੋੜਾ ਠੰਡ ਵੱਲ ਨੂੰ ਅਸੀਂ ਵੱਧਦੇ ਜਾ ਰਹੇ ਹਾਂ। ਕੁਦਰਤ ਵੀ ਜੋ ਹੈ ਉਸ ਦੇ ਵਿੱਚ ਵੀ ਬਦਲਾਵ ਆਉਣਾ ਸ਼ੁਰੂ ਹੋ ਗਿਆ ਹੈ। ਗਰਮੀ ਤੋਂ ਬਾਅਦ ਸਰਦੀ ਆਉਣੀ ਸ਼ੁਰੂ ਹੋ ਜਾਂਦੀ ਹੈ। ਨਵੇਂ ਯੁੱਗ ਦੇ ਬੁੱਤ ਵਿੱਚ ਨਵੇਂ ਯੁੱਗ ਦਾ, ਨਵੇਂ ਲਹੂ ਦਾ ਦੌਰ। ਠੀਕ ਇਸੇ ਤਰ੍ਹਾਂ ਕੋਈ ਵੀ ਨਿਜ਼ਾਮ ਜਿਹੜਾ ਹੈ ਉਹ ਵੀ ਸਦੀਵੀ ਨਹੀਂ ਹੈ। ਜਿਸ ਤਰ੍ਹਾਂ ਕੁਦਰਤ ਦਾ ਇੱਕ ਰੰਗ ਹੀ ਸਦਾ ਨਹੀਂ ਰਹਿੰਦਾ, ਕੁਦਰਤ ਦੇ ਵਿੱਚ ਵੀ ਨਿਰੰਤਰ ਪਰਿਵਰਤਨ ਆਉਂਦਾ ਹੈ, ਗਤੀਸ਼ੀਲਤਾ ਦੀ ਸਥਿਤੀ ਦੇ ਵਿੱਚ ਹੈ। ਠੀਕ ਇਸੇ ਤਰ੍ਹਾਂ ਕੋਈ ਵੀ ਨਿਜ਼ਾਮ ਜਿਹੜਾ ਹੈ ਉਹ ਨਿਰੰਤਰ ਇੱਕੋ ਜਿਹਾ ਹੀ ਨਹੀਂ ਰਹਿ ਸਕਦਾ ਦੁਨੀਆ ਦੇ ਵਿੱਚ, ਇਹਦੇ ਵਿੱਚ ਵੀ ਬਦਲਾਵ ਆਉਂਦਾ ਰਹਿੰਦਾ ਹੈ। ਹੁਣ ਨਵੇਂ ਯੁੱਗਾਂ ਦੇ ਬੁੱਤ ਵਿੱਚ ਨਵੇਂ ਲਹੂ ਦਾ ਦੌਰ, ਕਿਉਂਕਿ ਹੁਣ ਜਿਹੜੀ ਕਿਰਤੀ ਕਿਸਾਨੀ ਦੇ ਕੰਮਕਾਜ ਨੇ ਇਹ ਵੀ ਨਵੇਂ ਯੁੱਗਾਂ ਦੇ, ਜੋ ਭਾਵ ਨਵੇਂ ਗੱਭਰੂ ਨੇ, ਨਵੇਂ ਨੌਜਵਾਨ ਨੇ, ਨਵਾਂ ਵਰਗ ਜਿਹੜਾ ਨਵਾਂ ਪੋਚ ਪੈਦਾ ਹੋ ਰਿਹਾ ਹੈ, ਉਹਦੇ ਹੱਥਾਂ ਦੇ ਵਿੱਚ ਹੁਣ ਸਾਰੀ ਵਾਗਡੋਰ ਆਉਂਦੀ ਜਾ ਰਹੀ ਹੈ। ਔਰ ਨਵੇਂ ਯੁੱਗਾਂ ਦੇ ਬੁੱਤ ਵਿੱਚ, ਔਰ ਇਹਨਾਂ ਦੇ ਵਿੱਚ ਜੋ ਹੈ ਨਵੇਂ ਲਹੂ, ਕਿਉਂਕਿ ਨਵਾਂ ਲਹੂ ਹੈ, ਨਵਾਂ ਖੂਨ ਹੈ, ਨਵਾਂ ਖੂਨ ਜਿਹੜਾ ਹੈ ਉਹ ਤਾਜ਼ਾ ਹੈ, ਗਰਮ ਹੈ, ਭਾਵ ਉਹ ਕ੍ਰਾਂਤੀ ਦੇ ਲਈ ਪੂਰੀ ਤਰ੍ਹਾਂ ਸਰਗਰਮ ਹਨ। ਉਹਨਾਂ ਦੇ ਵਿੱਚ ਜੋ ਇੱਕ ਤਰ੍ਹਾਂ ਦੀ ਜਾਗ੍ਰਿਤੀ ਜਿਹੜੀ ਹੈ ਉਹ ਬਹੁਤ ਹੀ ਵਿਉਂਤਬੱਧ ਤਰੀਕੇ ਦੇ ਨਾਲ ਉਹ ਅੱਗੇ ਵਧ ਰਹੇ ਹਨ। ਕਿਕਰਾ ਵੇ ਕੰਡਿਆਲਿਆ ਮੱਘਰ ਚੜਿਆ ਆਣ, ਕੋਈ ਇੱਕ ਪੱਤਰੀ ਲੋਹੇ ਦੀ ਜੀਕਣ ਚੜ੍ਹਦੀ ਸਾਨ। ਫਿਰ ਉਹ ਕਹਿ ਰਹੀ ਕਿ ਅੱਗੋਂ ਹੁਣ ਮੱਘਰ ਦਾ ਮਹੀਨਾ ਆ ਗਿਆ ਹੈ। ਜਿਸ ਤਰ੍ਹਾਂ ਇੱਕ ਲੋਹੇ ਦੀ ਪੱਤਰੀ ਜਿਹੜੀ ਹੈ ਉਸ ਨੂੰ ਲੁਹਾਰ ਸਾਣ 'ਤੇ ਚੜ੍ਹਾ ਕੇ ਜਾਂ ਭੱਠੀ ਦੇ ਵਿੱਚ ਤਪਾ ਕੇ ਉਸ ਨੂੰ ਨਵਾਂ ਰੂਪ ਦੇ ਦਿੰਦਾ ਹੈ, ਭਾਵ ਲੋਹੇ ਦੀ ਪੱਤਰੀ ਨੂੰ ਗਰਮ ਕਰਕੇ ਸਾਣ 'ਤੇ ਚੜ੍ਹਾ ਕੇ ਉਸ ਤੋਂ ਨਵਾਂ ਸੰਦ ਕੱਢ ਲਿਆ ਜਾਂਦਾ ਹੈ। ਠੀਕ ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਨੂੰ ਹੁਣ ਤੱਕ ਜੋ ਸਰਮਾਏਦਾਰੀ ਸ਼ਕਤੀਆਂ ਇਹ ਸਮਝਦੀਆਂ ਸਨ ਕਿ ਇਹ ਤਾਂ ਜੰਗ ਲੱਗੇ ਲੋਹੇ ਦੇ ਸਮਾਨ, ਇਹਨਾਂ ਨੇ ਹੌਲੀ ਹੌਲੀ ਖਤਮ ਹੋ ਜਾਣਾ ਹੈ, ਪਰ ਉਹ ਖਤਮ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ, ਸਰਮਾਏਦਾਰਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਨਿਰੰਤਰ ਖਤਮ ਹੁੰਦੇ ਉਹਨਾਂ ਨੂੰ ਨਜ਼ਰ ਆ ਰਹੇ ਸਨ। ਪਰ ਵਾਸਤਵਿਕਤਾ ਇਹ ਹੈ ਕਿ ਉਹ ਨਵਾਂ ਰੂਪ ਧਾਰਨ ਕਰਦੇ ਜਾ ਰਹੇ ਹਨ। ਜਿਵੇਂ ਲੋਹੇ ਦੀ ਪੱਤਰੀ ਤੋਂ ਨਵਾਂ ਸੰਦ, ਨਵਾਂ ਹਥਿਆਰ ਕੱਢ ਲਿਆ ਜਾਂਦਾ ਹੈ, ਠੀਕ ਇਸੇ ਤਰ੍ਹਾਂ ਇਹਨਾਂ ਦੇ ਵਿੱਚ ਵੀ ਜੋ ਹੈ ਹੁਣ ਬਦਲਾਵ ਆ ਗਿਆ ਹੈ। ਕਿਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਪੋ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ। ਇਸ ਲਈ ਪੋਹ ਦਾ ਮਹੀਨਾ ਜੋ ਕਿ ਪੂਰਾ ਠੰਡ ਦਾ ਮਹੀਨਾ ਹੈ, ਔਰ ਇਸ ਪੋਹ ਦੇ ਮਹੀਨੇ ਦੇ ਵਾਂਗ ਜੋ ਕਿਰਤੀ ਕਿਸਾਨੀ ਦੀ ਜੋ ਨਵੀਂ ਪੌਦ ਹੈ, ਨਵੀਂ ਪਨੀਰੀ ਹੈ, ਜੋ ਨਵਾਂ ਖੂਨ ਹੈ, ਇਹ ਆਪਣੇ ਵੱਲੋਂ ਪੂਰੀ ਠੰਡਕ ਦੇ ਨਾਲ ਪੇਸ਼ ਆ ਰਹੇ ਹਨ, ਸ਼ਾਂਤੀ ਦੇ ਨਾਲ ਜੋ ਹੈ ਆਪਣੀਆਂ ਮੁਹਿੰਮਾਂ ਚਲਾ ਰਹੇ ਹਨ। ਪਰ ਜੇਕਰ ਉਹਨਾਂ ਦੀ ਸ਼ਾਂਤੀ ਦੇ ਨਾਲ ਚਲਾਈ ਗਈ ਇਹ ਮੁਹਿੰਮ ਜਿਹੜੀ ਹੈ, ਇਸ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਪ੍ਰਸ਼ਨ ਚਿੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਜਾਂ ਇਸ ਨੂੰ ਕੋਈ ਇਹਨਾਂ ਦੀਆਂ ਮੰਗਾਂ ਜਾਂ ਇਹਨਾਂ ਦੀਆਂ ਗੱਲਾਂ ਨਾ ਸੁਣੀਆਂ ਗਈਆਂ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ, ਕਿਉਂਕਿ ਇਹਨਾਂ ਨੂੰ ਹੱਕ ਜਿਹੜੇ ਹਨ ਮੰਗ ਕੇ ਇੱਕ ਤਰ੍ਹਾਂ ਦੇ ਨਾਲ ਜੋ ਇੱਕ ਨਿਯਮ ਦੇ ਅਨੁਸਾਰ ਇਹ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਇਸ ਦੇ ਬਾਵਜੂਦ ਵੀ ਇਹਨਾਂ ਦੀ ਗੱਲ ਨਾ ਸੁਣੀ ਗਈ
ਤਾਂ ਇਹਨਾਂ ਨੂੰ ਹੱਕ ਖੋਹ ਕੇ ਲੈਣੇ ਵੀ ਆਉਂਦੇ ਹਨ। ਇਹਨਾਂ ਨੂੰ ਜਾਚ ਹੈ ਹੱਕ ਖੋਹ ਕੇ ਹਾਸਲ ਕਰਨ ਦੀ। ਭਾਵ ਇਹਨਾਂ ਨੇ ਆਪਣੇ ਹੱਕ ਹਰ ਹੀਲੇ ਲੈ ਕੇ ਰਹਿਣਾ ਹੈ, ਭਾਵੇਂ ਇਹਨਾਂ ਨੂੰ ਦੇ ਦਿੱਤੇ ਜਾਣ ਆਰਾਮ ਦੇ ਨਾਲ। ਤੇ ਜੇਕਰ ਫਿਰ ਵੀ ਇਹਨਾਂ ਦੀ ਗੱਲ ਨਾ ਸੁਣੀ ਗਈ, ਸ਼ਾਂਤੀ ਪਸੰਦ ਸ਼ਾਂਤੀ ਮਈ ਢੰਗ ਦੇ ਨਾਲ ਅੰਦੋਲਨ ਕਰਨ ਦੇ ਬਾਵਜੂਦ ਵੀ, ਤੇ ਇਹਨਾਂ ਨੂੰ ਆਪਣੇ ਹੱਕ ਲੈਣ ਦੇ ਲਈ ਜੇਕਰ ਆਪਾਂ ਕੁਰਬਾਨ ਵੀ ਕਰਨਾ ਪਿਆ ਤਾਂ ਇਹ ਪਿੱਛੇ ਨਹੀਂ ਹਟਣਗੇ, ਕਿਉਂਕਿ ਇਹਨਾਂ ਦੀ ਇੱਕੋ ਇੱਕ ਮੰਗ ਜੋ ਹੈ ਉਹ ਆਪਣੇ ਹੱਕ ਪ੍ਰਾਪਤ ਕਰਨ ਦੀ ਹੈ, ਔਰ ਉਸ ਦੇ ਬਦਲੇ ਭਾਵੇਂ ਆਪਣੇ ਪ੍ਰਾਣਾਂ ਦੀ ਬਾਜੀ ਹੀ ਕਿਉਂ ਨਾ ਲਾਉਣੀ ਪਵੇ, ਇਹ ਹੱਕ ਖੋਹਣਾ ਵੀ ਜਾਣਦੇ ਹਨ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਮਾਘ, ਕਰਨ ਸਵਾਰੀ ਸਮੇਂ ਤੇ ਫੜਨ ਸਮੇਂ ਦੀ ਵਾਗ। ਕਿਉਂਕਿ ਹੁਣ ਸਮਾਂ ਜੋ ਹੈ ਉਹ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਕਰਨ ਸਵਾਰੀ ਸਮੇਂ ਤੇ, ਕਿਉਂਕਿ ਨਵਾਂ ਜੋ ਖੂਨ ਹੈ, ਨਵਾਂ ਜੋ ਦੌਰ ਹੈ, ਜੋ ਨਵਾਂ ਪੋਚ ਹੈ, ਭਾਵ ਹੁਣ ਦੇਸ਼ ਦੀ ਵਾਗਡੋਰ ਜਿਹੜੀ ਹੈ ਉਹ ਵਕਤ ਆ ਚੁੱਕਿਆ ਹੈ ਕਿ ਨਵੇਂ ਹੱਥਾਂ ਦੇ ਵਿੱਚ ਹੋਣੀ ਚਾਹੀਦੀ ਹੈ। ਕਿਉਂਕਿ ਕਰਨ ਸਵਾਰੀ ਸਮੇਂ ਤੇ, ਕਿਉਂਕਿ ਸਮੇਂ ਦੇ ਹਾਣ ਦੇ ਹਨ, ਇਹਨਾਂ ਦੇ ਵਿਚਾਰ ਵੀ ਸਮੇਂ ਦੇ ਹਾਣ ਦੇ ਹਨ, ਪੂਰੀ ਤਰ੍ਹਾਂ ਜਾਗਰੂਕ ਹਨ, ਵਿਗਿਆਨਿਕ ਢੰਗ ਦੇ ਨਾਲ, ਵਿਗਿਆਨਿਕ ਵਿਚਾਰਾਂ ਦੇ ਨਾਲ, ਵਿਗਿਆਨਿਕ ਤੌਰ ਤਰੀਕਿਆਂ ਦੇ ਨਾਲ ਪੂਰੀ ਤਰ੍ਹਾਂ ਲੈਸ ਹਨ ਇਹ, ਔਰ ਇਸ ਸਮੇਂ ਨੂੰ ਆਪਣੇ ਢੰਗ ਦੇ ਨਾਲ ਚਲਾ ਸਕਦੇ ਹਨ। ਵਾਗ, ਜਿਸ ਤਰ੍ਹਾਂ ਘੋੜੇ ਦੀ ਵਾਗ ਜਿਹੜੀ ਹੈ ਉਸ ਨੂੰ ਫੜ ਕੇ ਅਸੀਂ ਜਿੱਧਰ ਨੂੰ ਚਾਹੀਏ ਮੋੜ ਸਕਦੇ ਹਾਂ, ਠੀਕ ਇਸੇ ਤਰ੍ਹਾਂ ਇਹ ਹੁਣ ਦੇਸ਼ ਦੀ ਸਰਕਾਰ ਦੇ ਵਿੱਚ ਸ਼ਾਮਿਲ ਹੋ ਕੇ ਸਰਕਾਰਾਂ ਨੂੰ ਆਪਣੇ ਢੰਗ ਦੇ ਨਾਲ ਜੋ ਹੈ ਚਲਾ ਕੇ, ਆਪਣੇ ਢੰਗ ਦੇ ਨਾਲ ਦੇਸ਼ ਦੇ ਵਿੱਚ ਇੱਕ ਨਵੀਂ ਜੋ ਤਬਦੀਲੀ ਲਿਆ ਸਕਦੇ ਹਨ, ਇੱਕ ਨਵਾਂ ਜੋ ਹੈ ਮਾਹੌਲ ਬਣਾ ਸਕਦੇ ਹਨ। ਕਿੱਕਰਾ ਵੇ ਕੰਡਿਆਲਿਆ ਫੱਗਣ ਚੜਿਆ ਆਣ, ਲੋਕਾਂ ਦੇ ਇਸ ਯੁੱਗ ਵਿੱਚ ਲੋਕ ਚੜ੍ਹਨ ਪ੍ਰਵਾਨ। ਫਿਰ ਅੰਤ ਵਿੱਚ ਕਵਿਤਰੀ ਕਹਿ ਰਹੀ ਹੈ ਕਿ ਫੱਗਣ ਦਾ ਮਹੀਨਾ ਜੋ ਹੈ ਆਖਰੀ ਮਹੀਨਾ ਹੈ, ਔਰ ਉਹ ਮਹੀਨਾ ਆ ਗਿਆ ਹੈ, ਹੁਣ ਆਖਰੀ ਦੌਰ ਦੇ ਵਿੱਚ ਸਥਿਤੀ ਪੁੱਜ ਚੁੱਕੀ ਹੈ, ਲੋਕਾਂ ਦੇ ਇਸ ਯੁੱਗ ਵਿੱਚ ਲੋਕ ਚੜ੍ਹਨ ਪ੍ਰਵਾਨ। ਕਿਉਂਕਿ ਹੁਣ ਲੋਕ ਰਾਜ ਦਾ ਜ਼ਮਾਨਾ ਹੈ, ਜਿੱਥੇ ਲੋਕਾਂ ਦੀ ਬਹੁਮਤ ਦੇ ਆਧਾਰ ਨਾਲ ਚੁਣੀਆਂ ਗਈਆਂ ਜੋ ਸਰਕਾਰਾਂ ਹਨ, ਉਹਨਾਂ ਨੂੰ ਲੋਕਾਂ ਦੀ ਮੰਗ ਜਿਹੜੀ ਹੈ ਉਹ ਪ੍ਰਵਾਨ ਕਰਨੀ ਪਏਗੀ। ਲੋਕਾਂ ਦੇ ਇਸ ਯੁੱਗ ਵਿੱਚ ਲੋਕ ਚੜ੍ਹਨ ਪ੍ਰਵਾਨ। ਤੇ ਜੇਕਰ ਅਜਿਹਾ ਨਹੀਂ ਹੁੰਦਾ ਤੇ ਇਹ ਹੁਣ ਇਹਨਾਂ ਸਮੇਂ ਦੇ ਹਾਣ ਦੇ ਬਣ ਚੁੱਕੇ ਹਨ, ਸਮੇਂ ਦੇ ਉੱਤੇ ਸਵਾਰੀ ਕਰਨਾ ਜਾਣਦੇ ਹਨ, ਸਮੇਂ ਨੂੰ ਆਪਣੇ ਅਨੁਕੂਲ ਚਲਾਉਣਾ ਜਾਣਦੇ ਹਨ, ਔਰ ਸਮੇਂ ਨੂੰ, ਸਰਕਾਰ ਨੂੰ ਆਪਣੇ ਹੱਥ ਵਿੱਚ ਲੈ ਕੇ ਸਰਕਾਰਾਂ ਵਿੱਚ ਸ਼ਾਮਿਲ ਹੋ ਕੇ ਆਪਣੇ ਹਰ ਤਰ੍ਹਾਂ ਦੇ ਹੱਕ ਜਿਸ ਤਰ੍ਹਾਂ ਦਾ ਇਹ ਚਾਹੁੰਦੇ ਹਨ ਉਸੇ ਤਰ੍ਹਾਂ ਦੇ ਨਵੇਂ ਭਾਰਤ ਦੀ ਉਸਾਰੀ ਦੀ ਗੱਲ ਕਰ ਸਕਦੇ ਹਨ। ਨਵੇਂ ਜੋ ਸਮਾਜ ਦੀ ਜੋ ਇਹਨਾਂ ਦੀ ਕਲਪਨਾ ਹੈ, ਨਵੇਂ ਜੋ ਇੱਕ ਪੂਰੀ ਕਾਇਨਾਤ ਨੂੰ, ਪੂਰੇ ਵਿਸ਼ਵ ਨੂੰ ਜੋ ਹੈ ਨਵੇਂ ਢੰਗ ਦੇ ਨਾਲ ਚਲਾਉਣ ਦੀਆਂ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਇੱਕ ਕਲਪਨਾਵਾਂ ਹਨ, ਉਹਨਾਂ ਦੇ ਵਿੱਚ ਰੰਗ ਭਰਨ ਦੇ ਲਈ ਸਮੁੱਚੇ ਮੁਲਕ ਦੀ ਵਾਗਡੋਰ ਇਹਨਾਂ ਨੂੰ ਆਪਣੇ ਹੱਥ ਦੇ ਵਿੱਚ ਲੈਣੀ ਪਵੇਗੀ, ਔਰ ਉਹ ਸਮਾਂ ਜੋ ਹੈ ਹੁਣ ਆ ਚੁੱਕਿਆ ਹੈ। ਕਿਉਂਕਿ ਲੋਕਾਂ ਦੇ ਇਸ ਯੁੱਗ ਵਿੱਚ ਲੋਕ ਚੜ੍ਹਨ ਪ੍ਰਵਾਨ, ਲੋਕ ਰਾਜ ਦਾ ਦੌਰ ਹੈ, ਔਰ ਇਸ ਦੌਰ ਦੇ ਵਿੱਚ ਲੋਕਾਂ ਦੁਆਰਾ ਕੀਤੀ ਗਈ ਗੱਲ, ਲੋਕਾਂ ਦੁਆਰਾ ਰੱਖੀ ਗਈ ਮੰਗ, ਔਰ ਖਾਸ ਕਰਕੇ ਜੋ ਲੋਕ ਭਲਾਈ ਦੇ ਕਾਰਜ ਨੇ ਉਹੀ ਸਿਰੇ ਚੜ੍ਹਨਗੇ। ਸੋ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਇਹ ਜੋ ਕਵਿਤਾ 12 ਮਾਹ ਹੈ ਅੰਮ੍ਰਿਤਾ ਪ੍ਰੀਤਮ ਦੀ, ਇਹ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੋਵੇਗੀ, ਜੋ ਕਿ ਇੱਕ ਪ੍ਰਤੀਕਾਤਮਕ ਕਵਿਤਾ ਹੈ, ਜਿਸ ਦੇ ਵਿੱਚ ਕਵਿਤਰੀ ਨੇ ਆਪਣੇ ਪ੍ਰਗਤੀਵਾਦੀ ਵਿਚਾਰਾਂ ਨੂੰ ਜੋ ਹੈ ਪੇਸ਼ ਕੀਤਾ ਹੈ, ਔਰ ਕਿੱਕਰ ਦੇ ਪ੍ਰਤੀਕ ਰਾਹੀਂ ਜੋ ਹੈ ਜੋ ਸਰਮਾਏਦਾਰੀ ਨਿਜ਼ਾਮ ਹੈ ਉਸ ਨੂੰ ਸੰਬੋਧਿਤ ਹੁੰਦਿਆਂ ਹੋਇਆਂ ਕਵਿਤਰੀ ਨੇ ਆਪਣੇ ਭਾਵਾਂ ਦੀ ਤਰਜਮਾਨੀ ਕੀਤੀ ਹੈ। ਸੋ ਜੋ ਨਵੇਂ ਜੁੜੇ ਵਿਦਿਆਰਥੀ ਨੇ ਉਹਨਾਂ ਨੂੰ ਇੱਕ ਹੋਰ ਗੁਜ਼ਾਰਿਸ਼ ਹੈ ਕਿ ਸਾਹਿਤਕ ਸਾਥ ਚੈਨਲ ਦੇ ਉੱਤੇ ਇੱਕ ਵੀਡੀਓ ਪਹਿਲਾਂ ਪਾਇਆ ਗਿਆ ਸੀ ਕਿ ਕਿਸੇ ਵੀ ਕਵਿਤਾ ਦੀ ਵਿਆਖਿਆ ਕਿਵੇਂ ਕਰੀਏ। ਸੋ ਕਿਸੇ ਵੀ ਕਵਿਤਾ ਦੀ ਵਿਆਖਿਆ ਕਰਨ ਦੇ ਲਈ ਸਾਨੂੰ ਕਿਹੜੇ ਤੱਥਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਅਸੀਂ ਪ੍ਰਸੰਗ ਦੇਣਾ ਹੈ, ਫਿਰ ਉਸ ਕਵੀ ਦੇ ਬਾਰੇ ਦੇਣਾ ਹੈ, ਵਿਆਖਿਆ ਕਰਨੀ ਹੈ, ਉਸ ਦਾ ਕੇਂਦਰੀ ਭਾਵ ਲਿਖਣਾ ਹੈ, ਵਿਸ਼ੇਸ਼ ਲਿਖਣਾ ਹੈ, ਸਿੱਟਾ ਭਾਵ ਇਹ ਸਾਰੇ ਜੋ ਨੁਕਤੇ ਹਨ, ਇਹ ਵਿਆਖਿਆ ਕਿਵੇਂ ਕਰੀਏ ਵਾਲਾ ਵੀਡੀਓ ਜ਼ਰੂਰ ਵੇਖ ਲਵੋ, ਤਾਂ ਜੋ ਤੁਹਾਨੂੰ ਪੂਰੀ ਤਰ੍ਹਾਂ ਸਪਸ਼ਟ ਹੋ ਸਕੇ ਕਿ ਕਿਸੇ ਵੀ ਕਵਿਤਾ ਦੀ ਵਿਆਖਿਆ ਕਰਨ ਦੇ ਲਈ ਸਾਨੂੰ ਕਿਹੜੇ ਨੁਕਤਿਆਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਸੋ ਅੱਜ ਦਾ ਲੈਕਚਰ ਜੋ ਹੈ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਏਗਾ। ਜੁੜੇ ਰਹਿਣਾ ਇਸ ਚੈਨਲ ਦੇ ਨਾਲ, ਨਿਰੰਤਰ ਇਸ ਚੈਨਲ ਨੂੰ ਵੇਖਦੇ ਰਹਿਣਾ, ਤੇ ਨਾਲ ਹੀ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਵੀ ਕਰਦੇ ਰਹਿਣਾ। ਮਿਲਾਂਗੇ ਅਗਲੀ ਕਵਿਤਾ ਲੈ ਕੇ, ਤਦ ਤੱਕ ਲਈ ਇਜਾਜ਼ਤ। ਧੰਨਵਾਦ।